सिविल अस्पताल कितने भी दावे करता रहे कि वो लोगों के हित के लिए, लोगों की सुविधाओं के लिए, लोगों के स्वास्थ्य के लिए कोई कोर कसर नहीं बाकी रख रहा, लेकिन अगर ज़मीनी स्तर पर देखा जाए तो लोग आज भी उनके आगे गिड़गिड़ाते हुए ही नजर आते हैं। बेबस गरीब लोग, लाचार लोग, मजबूर लोग, दूर दूर से आने वाले लोग जब यहाँ इलाज के नाम पर ठगे जाते हैं तो स्थिति बहुत ही दयनीय सी लगती है। आज फिर सिविल अस्पताल में अपनी पत्नी का इलाज करने आए पति की ओर से एक डॉक्टर पर उनसे 4,000 रुपए ऐंठने और फिर कमीशन के लालच में उन्हें बाहर टेस्ट के लिए भेजने का आरोप उन्होंने लगाया है। उन्होंने कहा कि वे इलाज करने वाले डॉक्टर को 4,000 रुपए दे चुके हैं और 2,000 के टेस्ट भी बाहर से करवा चुके हैं। बावजूद इसके डॉक्टर संतुष्ट नहीं है और लगातार उन्हें धमका रहा है, जिसका कहना है कि वो इलाज नहीं करेगा, मरीज को बाहर रेफर कर देगा ताकि वो बाहर भटकते रहें और जिस तरह की उसकी स्थिति है हो सकता है वो मर भी जाए। उन्होंने कहा कि टाकों में पस पड़ी हुई है, डॉक्टरों के आसपास के वो चक्कर लगा रहे हैं, लेकिन डॉक्टर के कानों तक जूं तक नहीं रेंग रही। हालांकि उनके पास इतनी हैसियत नहीं है कि वो महंगा इलाज कहीं और जाकर करवा सके। स्थिति ऐसी है कि इतने पैसों के बावजूद भी वो आज विवश ही दिखे। दूसरे संबंध में एसएमओ डॉक्टर सुनील चंद से बात की गई तो उन्होंने कहा कि टेस्ट तो अस्पताल के अंदर ही हो रहे हैं, किसी भी प्रकार की कोई लिखित शिकायत भी उनके पास नहीं आई है। अगर आएगी तो वे जरूर इंक्वायरी करेंगे, जो भी दोषी होगा उसके खिलाफ कड़ी कार्रवाई की जाएगी। ਜਿਹੜਾ ਆਪਣਾ ਸੰਗੀਤਾ ਪੇਸ਼ੈਂਟ ਵੱਲੋਂ ਜਿਹੜੀ ਆਪਰੇਸ਼ਨ ਹੋਇਆ ਹੈ ਉਹਦੇ ਜਿਹੜੇ ਵਾਰਸ ਹੈਗੇ ਆ ਉਹਨਾਂ ਵੱਲੋਂ ਸਾਨੂੰ ਇੱਕ ਰਿਟਨ ਕੰਪਲੇਂਟ ਡਾਕਟਰ ਦੀਪ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਤੋਂ ਬਾਅਦ ਅੰਦਰ ਹੀ ਕਮਰੇ ਦੇ ਵਿੱਚ ਆਪਣੇ ਸਿਸਟਮ ਨੂੰ 4,000 ਰੁਪਏ ਕਹਿੰਦੇ ਪੇਸ਼ੈਂਟ ਦੇ ਕਿਹਾ ਲਿਆਇਆ, ਉਹਦੀ ਕੋਈ ਰਸੀਦ ਨਹੀਂ ਦਿੱਤੀ, ਬਾਹਰੋਂ ਵੀ ਟੈਸਟ ਕਰਾਇਆ, ਅਸਿਸਟੈਂਟ ਨੂੰ ਨਾਲ ਭੇਜਿਆ, ਉਹ 2,000 ਰੁਪਏ ਟੈਸਟ ਕਰਾਇਆ, ਉਹਦੀ ਕੋਈ ਰਸੀਦ ਨਹੀਂ ਮਿਲੀ। ਇਹ ਧਾਂਦਲੀ ਜਿਹੜੀ ਚੱਲ ਰਹੀ ਹੈ, ਕੀ ਕਾਰਵਾਈ ਹੋਏਗੀ ਇਹਦੇ ਤੇ? ਵੈਸੇ ਤਾਂ ਜਿੰਨੀਆਂ ਵੀ ਸੇਵਾਵਾਂ ਜਿਹੜੀਆਂ ਹੈਗੀਆਂ ਸਿਵਲ ਹਸਪੀਟਲ 'ਚ MCH ਦੀ ਸੇਵਾ ਹੈਗੀ ਹੈ, ਜੱਚਾ ਬੱਚਾ ਸੇਵਾ ਹੈਗੀ ਹੈ, ਇਹ ਟੋਟਲੀ ਫ੍ਰੀ ਹੈ। ਪਰ ਜੇ ਕਿਸੇ ਮਰੀਜ਼ ਨੇ ਇਲਜ਼ਾਮ ਲਗਾਇਆ ਹੈਗਾ ਹੈ ਕਿ ਡਾਕਟਰ ਨੇ ਸਾਡੇ ਕੋਲੋਂ ਪੈਸੇ ਲਏ ਹੈਗੇ ਹੈ, ਪੈਰਾਮੈਡੀਕਲ ਸਟਾਫ ਨੇ ਸਾਡੇ ਕੋਲੋਂ ਪੈਸੇ ਲਏ ਹੈਗੇ ਹੈ, ਅਤੇ ਮੇਰੀ ਉਸ ਮਰੀਜ਼ ਨੂੰ ਬੇਨਤੀ ਇਹ ਹੈ ਕਿ ਸਾਨੂੰ ਰਿਟਨ ਕੰਪਲੇਂਟ ਦੇ ਦੇ ਅਤੇ ਅਸੀਂ ਪੂਰੀ ਇਨਕੁਆਇਰੀ ਕਰਾਂਗੇ ਅਤੇ ਦੋਸ਼ੀ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਅਤੇ ਉਹਨਾਂ ਦੇ ਅਗੇਂਸਟ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਅਸੀਂ ਇਸ ਕੇਸ ਦੀ ਪੂਰੀ ਇਨਕੁਆਇਰੀ ਕਰਵਾ ਲੈਂਦੇ ਹਾਂ। ਇੱਕ ਵਾਰੀ ਸਾਨੂੰ ਰਿਟਨ ਸ਼ਿਕਾਇਤ ਪ੍ਰਾਪਤ ਹੋਣ ਦਿਓ ਅਤੇ ਜੋ ਵੀ ਕਾਰਵਾਈ ਹੋਏਗੀ ਆਪਾਂ ਉਹ ਕਰਾਂਗੇ। ਹਾਂਜੀ ਬਾਈ, ਕੀ ਨਾਂ ਤੁਹਾਡਾ? ਮੇਰਾ ਨਾਮ ਪੰਕਜ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਨੂਰਪੁਰ ਤੋਂ ਹੈਗਾ। ਤੇ ਕੀ ਗੱਲਬਾਤ ਹੋਈ ਸਿਵਲ ਹਸਪਤਾਲ? ਸਰ ਮੇਰੀ ਨਾਲ ਇਹ ਗੱਲਬਾਤ ਹੋਈ ਹੈ ਕਿ ਮੇਰੀ ਸਿਸਟਰ ਹੈਗੇ ਧਰਮਸ਼ਾਲਾ ਤੋਂ, ਇਹਨਾਂ ਦਾ ਰਸੋਲੀ ਦਾ ਆਪਰੇਸ਼ਨ ਹੋਇਆ ਹੈ ਇੱਥੇ। ਇਹ ਹੋਇਆ ਸ਼ਨੀਵਾਰ ਨੂੰ। ਤਾਂ ਸਰ ਇਹ ਕੀਤਾ ਡਾਕਟਰ ਦੀਪ ਸਿੰਘ ਨੇ, ਇਹਦੇ ਨਾਲ ਸੀਗਾ ਅਸਿਸਟੈਂਟ ਪੰਕਜ ਜੀ ਦਾ। ਇਹਨਾਂ ਨੇ ਮੇਰੇ ਤੋਂ ਜੋ ਵੀ ਬਾਹਰ ਸਰਕਾਰੀ ਖਰਚਾ ਹੋਇਆ ਉਹ ਤਾਂ ਮੈਂ ਕੀਤਾ, ਬਾਹਰੋਂ ਇਹਨਾਂ ਮੇਰੇ ਤੋਂ 2,000 ਦੇ ਟੈਸਟ ਕਰਵਾਏ, 4,000 ਰੁਪਏ ਮੇਰੇ ਤੋਂ ਇਨ ਹੈਂਡ ਲਿਆ ਇਹਨਾਂ ਨੇ ਅੰਦਰ। ਤਾਂ ਸਰ ਚੌਥੇ ਦਿਨ ਮੈਨੂੰ ਮੰਗਲਵਾਰ ਨੂੰ ਘਰ ਭੇਜਦੇ ਸੀਗੇ ਕਿ ਛੁੱਟੀ ਕਰ ਲੈ। ਮੈਂ ਪੇਸ਼ੈਂਟ ਦੇ ਜਦ ਤੱਕ ਸਟਿਚਿਸ ਨਹੀਂ ਖੁੱਲ੍ਹਦੇ ਮੈਂ ਲੈ ਕੇ ਨਹੀਂ ਜਾਣਾ। ਬੋਲਦੇ ਇੱਥੇ ਦੇ ਰੂਲ ਹੈਗੇ ਕਿ ਚੌਥੇ ਦਿਨ ਪੇਸ਼ੈਂਟ ਨੂੰ ਭੇਜ ਦਿੰਦੇ। ਮੈਂ ਜੇ ਚੌਥੇ ਦਿਨ ਭੇਜ ਦਿੰਦੇ ਤਾਂ ਬਾਹਰ ਦੇ ਵਿੱਚ ਕੋਈ ਹਫਤੇ ਦਾ ਵੀ ਪੇਸ਼ੈਂਟ ਪਿਆ, ਕੋਈ 15 ਦਿਨ ਦਾ ਵੀ। ਤੇ ਡਾਕਟਰ ਦੀਪ ਨੇ ਅੱਗੋਂ ਮੈਨੂੰ ਕਿਹਾ, ਬੋਲਦਾ ਉੱਥੇ ਬਾਹਰ 'ਚ ਜਾ ਕੇ ਪੁੱਛੀਏ ਡਾਕਟਰ ਦੀਪ ਦੇ ਪੇਸ਼ੈਂਟ ਹੈਗੇ। ਮੈਂ ਰੂਲ ਰੈਗੂਲੇਸ਼ਨ ਤਾਂ ਸਾਰਿਆਂ ਲਈ ਇੱਕ ਬਰਾਬਰ ਹੋਏਗਾ ਨਾ। ਬੋਲਦਾ ਇੱਦਾਂ ਨਹੀਂ, ਮੈਂ ਤੈਨੂੰ ਭੇਜ ਰਿਹਾ। ਅਤੇ ਮੈਂ CMO ਸਾਹਿਬ ਨਾਲ ਮਿਲਿਆ, ਉਹਨਾਂ ਨੇ ਮੈਨੂੰ 2 ਦਿਨ ਐਕਸਟਰਾ ਦੇ ਦਿੱਤੇ। ਅਤੇ ਡਾਕਟਰ ਦੀਪ ਨੇ ਲਿਆ 5ਵੇਂ ਦਿਨ ਪੇਸ਼ੈਂਟ ਚੱਲਣੇ ਦੀ ਕੰਡੀਸ਼ਨ 'ਚ ਨਹੀਂ ਸੀਗਾ, ਉਹ ਜ਼ੋਰ ਜ਼ਬਰਦਸਤੀ ਨਾਲ ਚਲਾਇਆ। ਉਹਦੇ ਨਾਲ ਉਹਦੇ ਸਟਿਚਿਸ 'ਚ ਪ੍ਰੋਬਲਮ ਆ ਗਈ। ਕੱਲ੍ਹ ਇਹਨਾਂ ਨੇ ਕੀ ਕੀਤਾ, ਉਹਦੇ ਸਟਿਚਿਸ ਖੋਲ੍ਹ ਕੇ ਅੰਦਰ ਕੋਟਨ ਵਗੈਰਾ ਰਿਫਲ ਕਰਕੇ ਪੱਟੀ ਕਰਤੀ। ਤਾਂ ਮੇਰੇ ਨਾਲ ਬਦਤਮੀਜੀ ਕੀਤੀ। ਮੈਂ ਪੁੱਛਿਆ ਤਾਂ ਮੈਨੂੰ ਕਹਿੰਦਾ ਬਾਹਰ ਆ ਕੇ ਗੱਲ ਕਰ। ਮੈਂ ਕਿਹਾ ਬਾਹਰ ਆ ਕੇ ਕਿਉਂ? ਤੂੰ ਬਾਹਰ ਦੇ ਵਿੱਚ ਪਬਲਿਕ ਦੇ ਵਿੱਚ ਗੱਲ ਕਰ, ਠੀਕ ਹੈ? ਪਬਲਿਕ ਦੀ ਸੇਵਾ ਲਈ ਤੈਨੂੰ ਬਿਠਾਇਆ, ਤੂੰ ਵਿੱਚ ਗੱਲ ਕਰ। ਜਦ ਮੈਂ ਤੈਨੂੰ ਪੈਸੇ ਦਿੱਤੇ ਹੈਗੇ ਆ, ਕਿਸ ਚੀਜ਼ ਦੇ ਦਿੱਤੇ? ਤੇ ਇਹ ਮੇਰੇ 'ਤੇ ਹੱਥ ਲੱਗ ਪਿਆ ਚੱਕਣ। ਮੈਂ ਇਹਦਾ ਹੱਥ ਫੜਿਆ ਅਤੇ ਇਹਨੇ ਮੇਰੇ ਨਾਲ ਬੜੀ ਬਦਤਮੀਜੀ ਕੀਤੀ। ਬੋਲਦਾ ਮੇਰੇ ਨਾਲ ਫਾਲਤੂ ਬੈਸੇਗਾ ਤਾਂ ਬੋਲਦਾ ਮੈਂ ਤੈਨੂੰ ਅੰਦਰ ਕਰਾ ਦੇਣਾ ਹੈਗਾ। ਮੈਂ ਕਿਹਾ ਸੱਦ ਲੈ ਪੁਲਿਸ ਆਈ। ਪੁਲਿਸ ਵੀ ਡਾਕਟਰ ਦੀ ਸੁਣਦੀ ਸੀਗੀ। ਬੋਲਦੇ ਡਾਕਟਰ ਸਾਹਿਬ ਤੁਸੀਂ ਜਿੱਦਾਂ ਕਹੋਗੇ ਅਸੀਂ ਉੱਦਾਂ ਕਰ ਦੇਣਾ, ਦੋਨੋਂ ਸਾਲੇ ਜੀ ਜਿਹਨੂੰ ਅੰਦਰ ਕਰ ਦੇਣਾ, ਪੇਸ਼ੈਂਟ ਤੁਸੀਂ ਜਿੱਧਰ ਰੈਫਰ ਕਰਨਾ ਕਰ ਦਿਓ। ਮੈਂ ਕਿਹਾ ਜੇ ਪੇਸ਼ੈਂਟ ਨੂੰ ਰੈਫਰ ਕਰ ਦੋਗੇ ਤਾਂ ਪੇਸ਼ੈਂਟ ਦੇ ਨਾਲ ਕੌਣ ਹੈਗਾ? ਅਸੀਂ 2 ਜਣੇ ਹੈਗੇ ਨਾ। ਤਾਂ ਬੋਲਦੇ ਜਾਂ ਤਾਂ ਫਿਰ ਇੱਕ ਜਣਾ ਘਰ ਚਲੇ ਜਾਓ ਜਾਂ ਇੱਕ ਜਣਾ। ਮੈਂ ਕਿਹਾ ਮੇਰਾ ਜੀਜਾ ਅਨਪੜ੍ਹ ਹੈਗਾ, ਤੁਸੀਂ ਜਿੱਦਾਂ ਕਹਿ ਰਹੇ ਹੋ ਉੱਦਾਂ ਮੰਨ ਰਿਹਾ। ਮੈਂ ਥੋੜ੍ਹਾ ਹੈਗਾ ਤਾਂ ਗੱਲਬਾਤ ਕਰ ਰਹੇ ਹਾਂ, ਤੁਸੀਂ ਧੱਕਾਸ਼ਾਹੀ ਕਰ ਰਹੇ ਹੋ ਸਾਡੇ ਨਾਲ। ਬੋਲਦੇ ਨਹੀਂ, ਜਾਂ ਤਾਂ ਤੂੰ ਗੇਟ ਤੋਂ ਬਾਹਰ ਰਹਿ, ਅੰਦਰ ਨਹੀਂ ਆਉਣਾ, ਪੇਸ਼ੈਂਟ ਦੇ ਕੋਲ ਹਸਬੈਂਡ ਰਹੇਗਾ, ਅਸੀਂ ਜਿੱਦਾਂ ਬੋਲਾਂਗੇ ਉੱਦਾਂ ਕਰਨਾ। ਮੈਂ ਕੱਲ੍ਹ ਸਟਿਚਿਸ ਲਗਾ ਕੇ ਘਰ ਨੂੰ ਭੇਜਣਾ ਤੈਨੂੰ। ਮੈਂ ਕਿਹਾ ਮੈਂ ਘਰ ਨਹੀਂ ਜਾਣਾ ਜਦ ਤੱਕ ਸਟਿਚਿਸ ਨਹੀਂ ਖੁੱਲ੍ਹੇ ਹੁੰਦੇ। ਮੈਂ ਜਿੱਦਾਂ ਸਿਸਟਰ ਨੂੰ ਲੈ ਕੇ ਆਇਆ ਸੀਗਾ ਮੈਂ ਉੱਦਾਂ ਲੈ ਕੇ ਜਾਣਾ ਸੀ। ਤਾਂ ਇਹ ਬੜੀ ਗਲਤ ਕਰ ਰਹੇ, ਹੱਥੋਂ ਪਾਈ ਕਰ ਰਹੇ ਨੇ, ਧਮਕੀ ਦੇ ਰਹੇ ਨੇ। ਬੋਲਦੇ ਅਗਰ ਫਾਲਤੂ ਬੋਲੇਗਾ ਤਾਂ ਅੰਦਰ ਕਰਾ ਦਾਂਗੇ।
ਇੱਥੇ ਜੋ ਵੀ ਹੈ ਡਾਕਟਰ ਹੈ, ਮੇਰੇ ਪੈਨ ਦੀ ਕਲਮ 'ਚ ਇੰਨੀ ਪਾਵਰ ਹੈਗੀ ਹੈ, ਤੂੰ ਮੇਰੇ ਨਾਲ ਬਹਿਸ ਕਰੇਂਗਾ ਤੇ ਮੈਂ ਅੰਦਰ ਕਰਾ ਦੇਣਾ ਤੈਨੂੰ ਵੀ ਤੇ ਤੇਰੇ ਜੀਜੇ ਨੂੰ ਵੀ ਅੰਦਰ ਕਰਾ ਦੇਣਾ, ਤੇ ਤੁਸੀਂ ਜਿੱਥੇ ਲੈ ਕੇ ਜਾਣਾ ਪੇਸ਼ੈਂਟ ਲੈ ਜਾਈਓ ਬੋਲਿਆ। ਤੇ ਪੇਸ਼ੈਂਟ ਦੀ ਕੀ ਹਾਲਤ ਹੈ ਜੀ ਹੁਣ? ਪੇਸ਼ੈਂਟ ਦੀ ਹਾਲਤ ਸਰ ਉਹ ਚੱਲਣ ਲਾਇਕ ਨਹੀਂ, ਬੜੀ ਜ਼ਿਆਦਾ ਪੇਨ ਹੋ ਰਹੀ ਹੈ। ਇਹਨਾਂ ਨੇ ਜਿਹੜੇ ਕੱਲ੍ਹ ਕੋਟਨ ਸਟਿਚਸ ਖੋਲ ਕੇ ਕੋਟਨ ਲਗਾਇਆ, ਉੱਥੋਂ ਅੰਦਰ ਬਲੀਡਿੰਗ ਵੀ ਥੋੜੀ ਆ ਰਹੀ ਹੈ, ਥੋੜਾ ਪਾਣੀ ਵੀ ਨਿਕਲ ਰਿਹਾ ਹੈ। ਪੇਸ਼ੈਂਟ ਤੋਂ ਖਾਇਆ ਪੀਆ ਨਹੀਂ ਜਾ ਰਿਹਾ, ਬੜਾ ਘੱਟ ਖਾ ਪੀ ਰਹੀ ਹੈ, ਉਹ ਚੱਲ ਨਹੀਂ ਰਹੀ ਹੈ। ਹੁਣ ਵੀ ਇਹਨਾਂ ਜ਼ਬਰਦਸਤੀ ਬੋਲਦੇ ਆਪਰੇਸ਼ਨ ਥੀਏਟਰ ਲੈ ਆਓ, ਹੁਣ ਅੰਦਰ ਲੈ ਕੇ ਗਏ ਨੇ, ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ। ਅੱਗੇ ਡਾਕਟਰ ਆਂਦਾ ਸੀਗਾ, ਉਹਦਾ ਹੈਲਪਰ ਵੀ ਆਂਦਾ ਸੀਗਾ, ਰਾਤ ਨੂੰ ਡਾਕਟਰ ਰਾਊਂਡ ਤੇ ਆਇਆ, ਅੱਗੇ ਨਹੀਂ ਆਂਦਾ ਸੀਗਾ। ਰਾਤ ਨੂੰ ਪਤਾ ਲੱਗਿਆ ਕਿ ਇਹਨੇ ਬਿਆਨ ਵਗੈਰਾ ਦਿੱਤੇ ਰਹੇ। ਹੁਣ ਆਪਣੀ ਮਿਸਿਸ ਨੂੰ ਲੈ ਕੇ ਆਪਰੇਸ਼ਨ ਥੀਏਟਰ ਦੇ ਵਿੱਚ ਦੋਨੋਂ ਹੈਗੇ, ਹੁਣ ਪਤਾ ਨਹੀਂ ਕੀ ਕਰ ਰਹੇ। ਮੈਂ ਕਿਹਾ ਕਿ ਹਾਂ ਜੋ ਵੀ ਕਰਨਾ ਮੇਰੇ ਜੀਜੇ ਦੇ ਸਾਹਮਣੇ ਜੋ ਵੀ ਸਟਿਚਸ ਲਗਾਣੇ ਉਹ ਜੀਜੇ ਸਾਹਮਣੇ ਲਗਾਣੇ। ਅਗਰ ਦੁਬਾਰਾ ਰੇਸ਼ਾ ਭਰਿਆ ਹੋਇਆ ਤਾਂ ਮੈਂ ਸਟਿਚਸ ਨਹੀਂ ਲਗਾਉਣ ਦੇਣੇ, ਕਿ ਤੁਸੀਂ ਧੱਕੇ ਨਾਲ ਸਟਿਚਸ ਲਗਾ ਕੇ ਅੰਦਰ ਰੇਸ਼ਾ ਪਕਾ ਦਿਓ। ਪੇਸ਼ੈਂਟ ਨੂੰ ਕੁਝ ਵੀ ਹੋ ਜਾਏ ਤਾਂ ਉਹਦਾ ਜ਼ਿੰਮੇਵਾਰ ਡਾਕਟਰ ਦੀਪ ਸਿੰਘ ਹੋਏਗਾ, ਜਿਨੇ ਮੇਰੇ ਤੋਂ ਪੈਸਾ ਵੀ ਖਾਧਾ ਹੈਗਾ। ਜਦ ਕਿ ਸਰਕਾਰੀ ਹਸਪੀਟਲ ਹੈ, ਪੇਸ਼ੈਂਟ ਇੱਥੇ ਆਂਦਾ ਗੌਰਮੈਂਟ ਦਾ, ਅਗਰ ਅੰਦਰ ਪੈਸਾ ਹੀ ਖਾਣਾ ਹੈ, ਸਾਰੇ ਟੈਸਟ ਬਾਹਰ ਤੋਂ ਹੀ ਕਰਵਾਉਣੇ, ਮੈਡੀਸਿਨ ਬਾਹਰ ਤੋਂ ਦੇਣੀ ਹੈ, ਤਾਂ ਫਿਰ ਸਰਕਾਰ ਦਾ ਨਾ ਦਾ ਹਸਪੀਟਲ ਰਹਿ ਗਿਆ। ਇੱਥੇ ਗੁੰਡਾਗਰਦੀ ਹੋ ਰਹੀ ਹੈ ਸ਼ਰੇਆਮ। ਬੰਦੇ ਨੂੰ ਵਿੱਚ ਬਾੜ ਦੇ ਵਿੱਚ ਡਾਕਟਰ ਹੱਥ ਚੱਕ ਰਿਹਾ, ਕਿਉਂ ਚੁੱਕ ਰਿਹਾ? ਇਹਨੂੰ ਪਰਮਿਸ਼ਨ ਦਿੱਤੀ ਹੋਈ ਹੈ ਕਿ ਇਹਦੇ ਪੈਨ ਨਾਲ ਇੱਕ ਦਵਾਈ ਵੀ ਆਏਗੀ, ਇਹਦੇ ਪੈਨ ਨਾਲ ਇੱਕ ਟੈਸਟ ਵੀ ਹੋਏਗਾ, ਇਹਦੇ ਪੈਨ ਨਾਲ ਬੰਦੇ ਨੂੰ ਕਿਸੇ ਨੂੰ ਵੀ ਚੁੱਕ ਕੇ ਅੰਦਰ ਦੇ ਦੋਗੇ। ਇਹਦੇ ਕੋਲ ਜੱਜ ਦੀ ਪਾਵਰ ਹੈਗੀ ਹੈ। ਇਹਦੇ ਨਾਲ ਸਟਾਫ ਵੀ ਰਲਿਆ ਮਿਲਿਆ ਹੋਇਆ। ਅਗਰ ਸੀਨੀਅਰ ਸਟਾਫ ਨੂੰ ਕੁਝ ਕਹੋ ਤਾਂ ਬੋਲਦੇ ਡਾਕਟਰ ਜਿੱਦਾਂ ਕਰੇਗਾ ਉੱਦਾਂ ਠੀਕ ਹੀ ਕਰੇਗਾ। ਤਾਂ ਠੀਕ ਕਰੇ ਤਾਂ ਪੇਸ਼ੈਂਟ ਤੋਂ ਅੰਦਰ ਸੈਲਰੀ ਵੀ ਲੈ ਰਿਹਾ, ਤਾਂ 4000 ਰੁਪਏ ਹੱਥੋਂ ਵੀ ਲੈ ਰਿਹਾ, ਬਾਹਰੋਂ 2000 ਦੇ ਟੈਸਟ ਵੀ ਕਰਾ ਰਿਹਾ। ਅਗਰ ਸਰਕਾਰੀ ਖਰਚੇ ਤਾਂ ਮੈਂ ਕੋਈ 30 ਰੁਪਏ ਦਾ ਕੋਈ ਉਹ ਕਰ ਰਿਹਾ, ਉਹਦੀ ਵੀ ਮੈਨੂੰ ਸਲਿੱਪ ਮਿਲਦੀ। ਜਿਹੜਾ 4000 ਅੰਦਰ ਲੈ ਗਿਆ ਮੈਨੂੰ ਕੋਈ ਸਲਿੱਪ ਨਹੀਂ। ਜਿਸ ਲੈਬੋਰਟਰੀ ਜਿਹਨੇ ਮੇਰੇ ਤੋਂ 2000 ਦੇ ਟੈਸਟ ਕਰਵਾਏ ਉੱਥੇ ਮੈਨੂੰ ਕੋਈ ਸਲਿੱਪ ਨਹੀਂ। ਹਾਲਾਂਕਿ ਮੈਂ ਥਾਇਰਾਇਡ ਦਾ ਟੈਸਟ ਹਿਮਾਚਲ 'ਚ ਪ੍ਰਾਈਵੇਟ ਹਸਪੀਟਲ 'ਚ ਕਰਾਇਆ 150 ਰੁਪਏ ਦਾ, ਇੱਥੇ ਸਰ ਉਹ 500 ਰੁਪਏ ਦਾ। 2-3 ਟੈਸਟ ਹੋਰ ਕਰਵਾਏ 1500 ਰੁਪਏ ਦੇ। ਉਹ ਕਿਸ ਚੀਜ਼ ਦਾ ਨਜਾਇਜ਼ ਕਰਿਆ? ਅਗਰ ਅਸੀਂ ਦੁਕਾਨ 'ਤੇ ਜਾਂਦੇ ਕੋਈ 10 ਰੁਪਏ ਦੀ ਚੀਜ਼ ਵੀ ਲੈਂਦੇ ਆ, ਆਪਾਂ ਨੂੰ ਉਹਦਾ ਬਿੱਲ ਵੀ ਮਿਲਦਾ। ਇੱਥੇ ਕਿਉਂ ਨਹੀਂ ਐਸਾ ਹੋ ਰਿਹਾ? ਉਹ ਪੁੱਛਣ ਤੇ ਡਾਕਟਰ ਬੋਲ ਰਿਹਾ ਅੰਦਰ ਕਰਾ ਦਾਂਗਾ ਜੇ ਮੇਰੇ ਨਾਲ ਜ਼ਿਆਦਾ ਬਹਿਸ ਕੀਤੀ। ਮੈਂ ਜਿੱਦਾਂ ਕਹਿੰਦਾ ਉੱਦਾਂ ਮੇਰੀ ਗੱਲ ਮੰਨਣੀ, ਤਾਂ ਪੁਲਿਸ ਵਾਲੇ ਵੀ ਬੋਲਦੇ ਜਿੱਦਾਂ ਡਾਕਟਰ ਕਹੇਗਾ, ਡਾਕਟਰ ਦੀ ਗੱਲ ਮੰਨਣੀ, ਡਾਕਟਰ ਨਾਲ ਫਾਲਤੂ ਨਹੀਂ ਬੋਲਣਾ। ਇੱਕ ਮੌਕਾ ਦੇ ਰਹੇ, ਅਗਰ ਦੁਬਾਰਾ ਡਾਕਟਰ ਨਾਲ ਬਹਿਸ ਕਰੇਗਾ ਕੁਝ ਵੀ ਤਾਂ ਅੰਦਰ 'ਚ ਕਰ ਦੇਣਾ ਤੈਨੂੰ। ਤੇ ਹੁਣ ਤੁਸੀਂ ਕੀ ਚਾਹੁੰਦੇ? ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜਾ ਇਹਨਾਂ ਧੱਕਾ ਕੀਤਾ ਮੇਰੇ ਨਾਲ, ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਪੁਲਿਸ ਬੁਲਾ ਕੇ ਮੈਨੂੰ ਥੱਲੇ ਲਾ ਰਹੇ ਕਿ ਮੁੰਡਾ ਦਬ ਜਾਏ, ਇਹ ਅੱਗੇ ਪੇਸ਼ ਨਾ ਹੋਏ। ਮੈਂ ਚਾਹੁੰਦਾ ਮੇਰੀ ਸਿਸਟਰ ਜਿੱਦਾਂ ਮੈਂ ਲਿਆਂਦੀ ਸੀਗੀ ਉੱਦਾਂ ਪੂਰੀ ਠੀਕ ਹੋ ਕੇ ਸਟਿਚਸ ਖੁੱਲਣਗੇ ਤਦ ਮੈਂ ਲੈ ਕੇ ਜਾਣੀ। ਕਿ ਜਿਹੜਾ ਇੰਨੇ ਮੈਂ ਅੰਦਰੋਂ ਮੇਰੇ ਤੋਂ ਪੈਸਾ ਲਿਆ ਉਹ ਕਿਸ ਚੀਜ਼ ਦਾ ਪੈਸਾ ਲਿਆ? ਉਹਨੂੰ ਜਾਂ ਤਾਂ ਮੈਨੂੰ 4000 ਦੀ ਸਲਿੱਪ ਦੇ, 2000 ਦੇ ਜਿਹੜੇ ਟੈਸਟ ਕਰਾਏ ਉਹਦੇ ਮੈਨੂੰ ਇੱਕ ਸਲਿੱਪ ਦੇ, ਕਿਉਂਕਿ ਗੌਰਮੈਂਟ ਹਸਪੀਟਲ ਹੈਗਾ ਇਹ ਪ੍ਰਾਈਵੇਟ ਤਾਂ ਹੈਗਾ ਨਹੀਂ ਹੈ। ਠੀਕ ਹੈ ਨਾ। ਹੁਣ ਮੈਂ ਤਾਂ ਗਰੀਬ ਬੰਦਾ ਹਿਮਾਚਲੋਂ ਆਇਆ, ਮੈਨੂੰ ਪਤਾ ਸੀ। ਮੈਂ ਪਹਿਲੇ ਕਿਸੇ ਨੂੰ ਪੁੱਛਿਆ, ਮੈਂ ਮਦਦ ਦਾ ਵੀ ਇੱਥੇ ਆਪਰੇਟ ਕਰਵਾਇਆ ਸੀਗਾ ਰਸੋਲੀ ਦਾ, ਅੱਜ ਤੋਂ ਕੋਈ 7-8 ਸਾਲ ਪਹਿਲੇ। ਤਾਂ ਸਰ ਮੇਰਾ ਕੋਈ 2-2.5 ਰੁਪਏ ਖਰਚਾ ਨਹੀਂ ਆਇਆ ਸੀਗਾ ਸਰਕਾਰੀ। ਤਾਂ ਅੱਜ ਇਹ ਕਿਉਂ ਹੋ ਰਿਹਾ? ਐਸਾ ਕਿਉਂ ਹੋ ਰਿਹਾ? ਉਸ ਟਾਈਮ ਤਾਂ ਡਾਕਟਰ ਅੰਦਰ ਪੈਸੇ ਨਹੀਂ ਲੈਂਦੇ ਸੀਗੇ, ਅੱਜ ਕਿਉਂ ਲੈ ਰਹੇ ਪੈਸੇ? ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੈ। ਇਹ ਗੱਲ ਕਹਿੰਗੇ ਅੱਜ ਨੂੰ ਮੇਰੇ ਨਾਲ ਹੋ ਰਿਹਾ, ਮੈਂ ਗੱਲ ਕਰਨੇ ਲਾਇਕ ਹੈਗਾ, ਕੱਲ੍ਹ ਨੂੰ ਕਿਸੇ ਹੋਰ ਗਰੀਬ ਨਾਲ ਹੋਏਗਾ ਤਾਂ ਵਿਚਾਰਾ ਪੜ੍ਹਿਆ ਲਿਖਿਆ ਨਹੀਂ ਹੋਏਗਾ, ਤਾਂ ਉਹ ਤਾਂ ਇਹਦੀ ਗੱਲ ਮੰਨ ਕੇ ਚਲੇ ਜਾਏਗਾ ਨਾ ਘਰ ਨੂੰ। ਤਾਂ ਉਹਨੂੰ ਘਰ ਕੋਈ ਵੀ ਦਿੱਕਤ ਹੁੰਦੀ ਹੈ, ਹੁਣ ਡਾਕਟਰ ਆ ਰਿਹਾ, ਇੱਥੇ ਪੇਸ਼ੈਂਟ ਆ ਰਿਹਾ, ਤਾਂ ਕਿ ਅਗਰ ਸਿਰ ਤੇ ਕਰ ਰਹੇ ਉਹਦੀ ਵੀ ਮੈਨੂੰ ਸਲਿੱਪ ਮਿਲਦੀ। ਜਿਹੜਾ 4000 ਅੰਦਰ ਲੈ ਗਿਆ ਮੈਨੂੰ ਕੋਈ ਸਲਿੱਪ ਨਹੀਂ। ਜਿਸ ਲੈਬੋਰਟਰੀ ਜਿਹਨੇ ਮੇਰੇ ਤੋਂ 2000 ਦੇ ਟੈਸਟ ਕਰਵਾਏ ਉੱਥੇ ਮੈਨੂੰ ਕੋਈ ਸਲਿੱਪ ਨਹੀਂ। ਹਾਲਾਂਕਿ ਮੈਂ ਥਾਇਰਾਇਡ ਦਾ ਟੈਸਟ ਹਿਮਾਚਲ 'ਚ ਪ੍ਰਾਈਵੇਟ ਹਸਪੀਟਲ 'ਚ ਕਰਾਇਆ 150 ਰੁਪਏ ਦਾ, ਇੱਥੇ ਸਰ ਉਹ 500 ਰੁਪਏ ਦਾ। 2-3 ਟੈਸਟ ਹੋਰ ਕਰਵਾਏ 1500 ਰੁਪਏ ਦੇ। ਉਹ ਕਿਸ ਚੀਜ਼ ਦਾ ਨਜਾਇਜ਼ ਕਰਿਆ? ਅਗਰ ਅਸੀਂ ਦੁਕਾਨ 'ਤੇ ਜਾਂਦੇ ਕੋਈ 10 ਰੁਪਏ ਦੀ ਚੀਜ਼ ਵੀ ਲੈਂਦੇ ਆ, ਆਪਾਂ ਨੂੰ ਉਹਦਾ ਬਿੱਲ ਵੀ ਮਿਲਦਾ। ਇੱਥੇ ਕਿਉਂ ਨਹੀਂ ਐਸਾ ਹੋ ਰਿਹਾ? ਉਹ ਪੁੱਛਣ ਤੇ ਡਾਕਟਰ ਬੋਲ ਰਿਹਾ ਅੰਦਰ ਕਰਾ ਦਾਂਗਾ ਜੇ ਮੇਰੇ ਨਾਲ ਜ਼ਿਆਦਾ ਬਹਿਸ ਕੀਤੀ। ਮੈਂ ਜਿੱਦਾਂ ਕਹਿੰਦਾ ਉੱਦਾਂ ਮੇਰੀ ਗੱਲ ਮੰਨਣੀ, ਤਾਂ ਪੁਲਿਸ ਵਾਲੇ ਵੀ ਬੋਲਦੇ ਜਿੱਦਾਂ ਡਾਕਟਰ ਕਹੇਗਾ, ਡਾਕਟਰ ਦੀ ਗੱਲ ਮੰਨਣੀ, ਡਾਕਟਰ ਨਾਲ ਫਾਲਤੂ ਨਹੀਂ ਬੋਲਣਾ। ਇੱਕ ਮੌਕਾ ਦੇ ਰਹੇ, ਅਗਰ ਦੁਬਾਰਾ ਡਾਕਟਰ ਨਾਲ ਬਹਿਸ ਕਰੇਗਾ ਕੁਝ ਵੀ ਤਾਂ ਅੰਦਰ 'ਚ ਕਰ ਦੇਣਾ ਤੈਨੂੰ। ਤੇ ਹੁਣ ਤੁਸੀਂ ਕੀ ਚਾਹੁੰਦੇ? ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ। ਜਿਹੜਾ ਇਹਨਾਂ ਧੱਕਾ ਕੀਤਾ ਮੇਰੇ ਨਾਲ, ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਪੁਲਿਸ ਬੁਲਾ ਕੇ ਮੈਨੂੰ ਥੱਲੇ ਲਾ ਰਹੇ ਕਿ ਮੁੰਡਾ ਦਬ ਜਾਏ, ਇਹ ਅੱਗੇ ਪੇਸ਼ ਨਾ ਹੋਏ। ਮੈਂ ਚਾਹੁੰਦਾ ਮੇਰੀ ਸਿਸਟਰ ਜਿੱਦਾਂ ਮੈਂ ਲਿਆਂਦੀ ਸੀਗੀ ਉੱਦਾਂ ਪੂਰੀ ਠੀਕ ਹੋ ਕੇ ਸਟਿਚਸ ਖੁੱਲਣਗੇ ਤਦ ਮੈਂ ਲੈ ਕੇ ਜਾਣੀ। ਕਿ ਜਿਹੜਾ ਇੰਨੇ ਅੰਦਰੋਂ ਮੇਰੇ ਤੋਂ ਪੈਸਾ ਲਿਆ ਉਹ ਕਿਸ ਚੀਜ਼ ਦਾ ਪੈਸਾ ਲਿਆ? ਉਹਨੂੰ ਜਾਂ ਤਾਂ ਮੈਨੂੰ 4000 ਦੀ ਸਲਿੱਪ ਦੇ, 2000 ਦੇ ਜਿਹੜੇ ਟੈਸਟ ਕਰਾਏ ਉਹਦੇ ਮੈਨੂੰ ਇੱਕ ਸਲਿੱਪ ਦੇ, ਕਿਉਂਕਿ ਗੌਰਮੈਂਟ ਹਸਪੀਟਲ ਹੈਗਾ ਇਹ ਪ੍ਰਾਈਵੇਟ ਤਾਂ ਹੈਗਾ ਨਹੀਂ ਹੈ। ਠੀਕ ਹੈ ਨਾ। ਹੁਣ ਮੈਂ ਤਾਂ ਗਰੀਬ ਬੰਦਾ ਹਿਮਾਚਲੋਂ ਆਇਆ, ਮੈਨੂੰ ਪਤਾ ਸੀ। ਮੈਂ ਪਹਿਲੇ ਕਿਸੇ ਨੂੰ ਪੁੱਛਿਆ, ਮੈਂ ਮਦਦ ਦਾ ਵੀ ਇੱਥੇ ਆਪਰੇਟ ਕਰਵਾਇਆ ਸੀਗਾ ਰਸੋਲੀ ਦਾ, ਅੱਜ ਤੋਂ ਕੋਈ 7-8 ਸਾਲ ਪਹਿਲੇ। ਤਾਂ ਸਰ ਮੇਰਾ ਕੋਈ 2-2.5 ਰੁਪਏ ਖਰਚਾ ਨਹੀਂ ਆਇਆ ਸੀਗਾ ਸਰਕਾਰੀ। ਤਾਂ ਅੱਜ ਇਹ ਕਿਉਂ ਹੋ ਰਿਹਾ? ਐਸਾ ਕਿਉਂ ਹੋ ਰਿਹਾ? ਉਸ ਟਾਈਮ ਤਾਂ ਡਾਕਟਰ ਅੰਦਰ ਪੈਸੇ ਨਹੀਂ ਲੈਂਦੇ ਸੀਗੇ, ਅੱਜ ਕਿਉਂ ਲੈ ਰਹੇ ਪੈਸੇ? ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੈ। ਇਹ ਗੱਲ ਕਹਿੰਗੇ ਅੱਜ ਨੂੰ ਮੇਰੇ ਨਾਲ ਹੋ ਰਿਹਾ, ਮੈਂ ਗੱਲ ਕਰਨੇ ਲਾਇਕ ਹੈਗਾ, ਕੱਲ੍ਹ ਨੂੰ ਕਿਸੇ ਹੋਰ ਗਰੀਬ ਨਾਲ ਹੋਏਗਾ ਤਾਂ ਵਿਚਾਰਾ ਪੜ੍ਹਿਆ ਲਿਖਿਆ ਨਹੀਂ ਹੋਏਗਾ, ਤਾਂ ਉਹ ਤਾਂ ਇਹਦੀ ਗੱਲ ਮੰਨ ਕੇ ਚਲੇ ਜਾਏਗਾ ਨਾ ਘਰ ਨੂੰ।
ਤਾਂ ਉਹਨੂੰ ਘਰ ਕੋਈ ਵੀ ਦਿੱਕਤ ਹੁੰਦੀ ਹੈ, ਹੁਣ ਡਾਕਟਰ ਆ ਰਿਹਾ ਇੱਥੇ, ਪੇਸ਼ੈਂਟ ਆ ਰਿਹਾ, ਟਾਂਕੇ ਅਗਰ ਸਿਰ ਤੇ ਵੀ ਲੱਗੋ ਤਾਂ 7 ਦਿਨ ਬਾਅਦ ਖੁੱਲਦੇ ਹੈਗੇ। ਇੱਥੇ ਐਡਾ ਵੱਡਾ ਢਿੱਡ ਪਾੜ ਕੇ ਚੌਥੇ ਦਿਨ ਪੇਸ਼ੈਂਟ ਨੂੰ ਜ਼ੋਰ ਜ਼ਬਰਦਸਤੀ ਨੇ ਘਰ ਭੇਜੋ, ਅਗਰ ਫਿਰ ਜੁੱਤੀ ਬੰਦਾ ਭਾਰੀ ਕਰਕੇ 2 ਦਿਨ ਰੁਕੇ ਤਾਂ ਉਹਦੇ ਨਾਲ ਇੱਦਾਂ ਗਲਤ ਬਿਹੇਵੀਅਰ ਕਰੇ, ਦੁਸ਼ਮਣੀ ਕੱਢ ਰਹੇ ਕਿ ਬੰਦਾ ਅਗਰ ਆਰਗੂਮੈਂਟ ਕਰ ਰਿਹਾ ਅੱਗੋਂ ਉਹਨੂੰ ਇਹ ਪ੍ਰੋਬਲਮ ਹੈ ਤਦ ਹੀ ਉਹ ਕਹਿ ਰਿਹਾ ਨਾ, ਅਗਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤਾਂ ਮੈਂ ਕਿਉਂ ਸਵਾਲ ਕਰਦਾ। ਮੇਰਾ ਹੱਕ ਨਹੀਂ ਬਣਦਾ ਕਿ ਮੇਰੇ ਘਰ ਦੀ ਮੇਰੀ ਸਿਸਟਰ ਹੈਗੀ, ਉਹ ਮੇਰਾ ਪੁੱਛਣਾ ਤਾਂ ਫਰਜ਼ ਬਣਦਾ ਹੈ ਨਾ। ਹੁਣ 10 ਬੰਦੇ ਵਿੱਚ ਬਾੜ ਦੇ ਵਿੱਚ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਲਓ ਕਿ ਡਾਕਟਰ ਨੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ। ਮੈਨੂੰ ਇਸ ਚੀਜ਼ ਦਾ ਪੂਰਾ ਇਨਸਾਫ ਚਾਹੀਦਾ ਕਿ ਨਹੀਂ, ਇੱਕ ਪੈਸੇ ਦਾ ਹਿਸਾਬ ਦੇ ਕੇ ਨੇ ਉਹ 4000 ਕਿਸ ਚੀਜ਼ ਦਾ ਲਿਆ ਅੰਦਰ, ਜਦ ਕਿ ਸਰਕਾਰੀ ਕਿਸ ਚੀਜ਼ ਦਾ ਪੈਸਾ ਖਾ ਰਿਹਾ ਲੋਕਾਂ ਕੋਲੋਂ। ਅੱਜ ਮੇਰੇ ਕੋਲ ਖਾਧਾ, ਹੋਰਾਂ ਤੋਂ ਵੀ ਕਿਸੇ ਤੋਂ ਖਾਂਦਾ ਹੋਏਗਾ। ਇਹਦਾ ਇਲਾਜ ਇੱਦਾਂ ਦੇ ਡਾਕਟਰ ਅਗਰ ਸਰਕਾਰੀ ਹਸਪੀਟਲ ਦੇ ਵਿੱਚ ਭਗਵਾਨ ਕਰੇ, ਮੈਂ ਬੋਲਦਾ ਨਹੀਂ, ਐਸਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਜੇ ਇੱਦਾਂ ਦੇ ਡਾਕਟਰ ਰਹਿਣੇ ਤਾਂ ਫਿਰ ਕਿਆ ਫਾਇਦਾ, ਬੰਦਾ ਬਾਹਰ ਹੀ ਕਰਵਾ ਲੇ। ਸਰਕਾਰੀ ਨਾ ਦਾ ਹੀ ਹੈ, ਫਿਰ ਨਾ ਦਾ ਹੀ ਹੈ। ਡਾਕਟਰ ਹੱਥੋਂ ਚੁੱਕ ਰਹੇ, ਪੁਲਿਸ ਵੀ ਹੁੰਦੀ ਸੁਣ ਰਹੀ, ਤਾਂ ਫਿਰ ਇਹਦਾ ਮਤਲਬ ਸਾਡੇ ਰਲੀ ਮਿਲੀ ਭਗਤੀ ਹੈਗੀ ਹੈ। ਜੇਕਰ ਉਹਨੇ ਖਾਧਾ ਤਾਂ ਕੁਛ ਉੱਥੇ ਵੀ ਦਿੱਤਾ ਹੋਏਗਾ, ਤਦ ਉਹਦੇ ਗੁਣ ਗਾ ਰਹੇ ਤੇ ਮੈਨੂੰ ਜਗਾ ਰਹੇ ਹੈਗੇ। ਇਹਦਾ ਸਰ ਮੈਨੂੰ ਪੂਰਾ ਇਨਸਾਫ ਚਾਹੀਦਾ ਹੈ। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute, empower knowledge with practical approach. Students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. A&M Group of Institutes endeavors to impart such value-based education to our students. We welcome you all to A&M Group of Institutes, Pathankot.